जी सत श्री अकाल जी। एक बार फिर तो बहुत बहुत स्वागत है ਤੁਹਾਡਾ ਸਾਰਿਆਂ ਦਾ। ਇਹ ਸਮਾਜ ਸਿੱਖਿਆ ਕਲਾਸ ਦੇ ਵਿੱਚ 8ਵੀਂ ਸ਼੍ਰੇਣੀ ਦਾ ਪਾਠ ਨੰਬਰ 20 ਇਤਿਹਾਸ ਦਾ ਪਾਠ ਨੰਬਰ ਲਾਸਟ ਪਾਠ ਹੈ ਜੀ। ਸੁਤੰਤਰਤਾ ਤੋਂ ਬਾਅਦ ਭਾਰਤ ਸੁਤੰਤਰਤਾ ਤੋਂ ਬਾਅਦ ਭਾਰਤ ਯਾਨੀ ਕਿ ਸੁਤੰਤਰਤਾ ਤੋਂ ਬਾਅਦ ਜਿਹੜੇ ਸਾਡੇ ਭਾਰਤ ਦੇ ਵਿੱਚ ਕੁਝ ਚੇਂਜਸ ਆਏ ਆ, ਕੁਝ ਉਹ ਕਿਹੜੇ ਸਨ ਔਰ ਕੀ ਕੁਝ ਉਹਦੇ ਮਹੱਤਵਪੂਰਨ ਪਹਿਲੂ ਤੁਹਾਡੇ ਸਿਲੇਬਸ ਮੁਤਾਬਕ 8ਵੀਂ ਸ਼੍ਰੇਣੀ ਦੇ ਸਿਲੇਬਸ ਮੁਤਾਬਕ ਪੰਜਾਬ ਬੋਰਡ ਸਿੱਖਿਆ ਬੋਰਡ ਦੇ ਸਿਲੇਬਸ ਮੁਤਾਬਕ ਜਿੰਨਾ ਕੁ ਇਸ ਲੈਸਨ ਵਿੱਚ ਇੰਨਾ ਕੁ ਅਸੀਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੜੇ ਹੀ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਇਹ ਸਾਰੇ ਇਸ ਤੋਂ ਬਾਅਦ ਸਾਡੇ ਲੈਸਨ ਕੰਪਲੀਟ ਹੋ ਜਾਣਾ, ਸਾਡਾ ਸਿਲੇਬਸ ਕੰਪਲੀਟ ਹੋ ਜਾਣਾ ਔਰ ਇਸ ਤੋਂ ਬਾਅਦ ਸਾਡੀ ਦੁਹਰਾਈ ਸ਼ੁਰੂ ਹੋਏਗੀ, ਨਾਲ ਸਾਡੇ ਟੈਸਟ ਹੋਣਗੇ। ਤਾਂ ਸ਼ੁਰੂ ਕਰਦੇ ਹਾਂ। ਇਸ ਪ੍ਰਸ਼ਨ ਦਾ ਜਿਸਦਾ ਪਹਿਲਾ ਪ੍ਰਸ਼ਨ ਹੈ, ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸ ਦੇ ਕਿੰਨੇ ਮੈਂਬਰ ਸਨ? ਤਾਂ 1948 ਈਸਵੀ ਵਿੱਚ ਅਤੇ ਇਸ ਦੇ ਮੈਂਬਰ ਜਿਹੜੇ 399 ਮੈਂਬਰ ਸਨ ਇਸ ਦੇ। ਠੀਕ ਹੈ ਜੀ, ਸੰਵਿਧਾਨ ਸਭਾ ਦੀ ਜਿਹੜੀ ਸਥਾਪਨਾ 1948 ਵਿੱਚ ਹੋਈ ਅਤੇ ਇਸ ਦੇ 399 ਮੈਂਬਰ ਸਨ। ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ? ਤਾਂ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਅਤੇ ਲਾਗੂ ਹੋਇਆ 26 ਜਨਵਰੀ 1950 ਨੂੰ। ਤਾਂ ਇਹ ਅਸੀਂ ਪਹਿਲਾਂ ਵੀ ਬਹੁਤ ਵਾਰ ਪੜ੍ਹ ਚੁੱਕੇ ਕਿ ਇਤਿਹਾਸਿਕ 1930 ਦੇ ਉਸ ਇਤਿਹਾਸਿਕ ਜੋ ਕਾਂਗਰਸ ਦਾ ਸੰਮੇਲਨ ਹੋਇਆ ਸੀ, ਉਸ ਇਤਿਹਾਸਿਕ ਦਿਨ ਦੀ ਮਹੱਤਤਾ ਨੂੰ ਕਾਇਮ ਰੱਖਦੇ ਹੋਏ ਹੀ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ। ਦੇਸੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਜਾਂਦਾ? ਸਰਦਾਰ ਵੱਲਭ ਭਾਈ ਪਟੇਲ ਲੋਹ ਪੁਰਸ਼ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ। ਇਸ ਦੇ ਸਿਰ ਉਹਨਾਂ ਦੇ ਸਿਰ ਦੇਸੀ ਰਿਆਸਤਾਂ ਜੋ 562 ਦੇਸੀ ਰਿਆਸਤਾਂ ਸਨ ਜੋ ਆਜ਼ਾਦੀ ਤੋਂ ਬਾਅਦ ਸਾਡੇ ਭਾਰਤੀ ਸੰਵਿਧਾਨ ਆਪਣੇ ਉਹਨਾਂ ਦੇ ਛੋਟੇ ਸੁਤੰਤਰ ਰਾਜ ਸਨ, ਤਾਂ ਉਹਨਾਂ ਨੂੰ ਭਾਰਤ ਦੇ ਵਿੱਚ ਸਮਿਲਿਤ ਕਰਨ ਦਾ ਜਿਹੜਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਤੇ ਹੁੰਦਾ ਹੈ। ਹੈਦਰਾਬਾਦ ਰਿਆਸਤ ਨੂੰ ਕਿਵੇਂ ਭਾਰਤ ਵਿੱਚ ਮਿਲਾਇਆ ਗਿਆ? ਤਾਂ ਪੁਲਿਸ ਕਾਰਵਾਈ ਦੁਆਰਾ ਜਿਹੜਾ 13 ਸਤੰਬਰ 1948 ਨੂੰ ਹੈਦਰਾਬਾਦ ਵਿੱਚ ਭਾਰਤੀ ਪੁਲਿਸ ਭੇਜੀ ਗਈ ਅਤੇ ਜਦ ਭਾਰਤੀ ਪੁਲਿਸ ਭੇਜੀ ਗਈ ਅਤੇ 17 ਸਤੰਬਰ 1948 ਨੂੰ ਹੈਦਰਾਬਾਦ ਨੂੰ ਭਾਰਤ ਵਿੱਚ ਸ਼ਾਮਲ ਕਰ ਲਿਆ ਗਿਆ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਵੀ 362 ਜਿਹੜੀਆਂ ਰਿਆਸਤਾਂ ਸੀ, ਉਹਨਾਂ ਵਿੱਚ ਕੁਝ ਰਿਆਸਤਾਂ ਜਿਹੜੀਆਂ ਸਹਿਮਤੀ ਦੇ ਨਾਲ ਤੇ ਕੁਝ ਰਿਆਸਤਾਂ ਨੂੰ ਜਿਵੇਂ ਕਹਿ ਲਓ ਕਿ ਇੱਕ ਕਾਨੂੰਨੀ ਕਾਰਵਾਈ ਦੇ ਦੁਆਰਾ, ਪੁਲਿਸ ਕਾਰਵਾਈ ਦੇ ਦੁਆਰਾ ਜਿਹੜਾ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ। ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ? ਤਾਂ 3 ਮੈਂਬਰ ਸਨ। ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ। ਇੱਕ ਦੂਜੇ ਉੱਪਰ ਹਮਲਾ ਨਾ ਕਰਨਾ, ਇੱਕ ਦੂਜੇ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨਾ। ਇਹ ਪੰਚਸ਼ੀਲ ਦੇ ਜਿਹੜੇ ਦੋ ਮੁੱਖ ਸਿਧਾਂਤ ਹਨ। ਗੁੱਟ ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਤੇ ਕਿੱਥੇ ਹੋਈ? 1961 ਈਸਵੀ ਵਿੱਚ ਬੈਲਗ੍ਰੇਡ ਵਿੱਚ ਜਿਹੜੀ ਗੁੱਟ ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਹੋਈ। ਪ੍ਰਸ਼ਨ ਨੰਬਰ 8 ਹੈ, ਗੁੱਟ ਨਿਰਲੇਪ ਤੋਂ ਕੀ ਭਾਵ ਹੈ? ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੋ ਸ਼ਾਂਤੀ ਗੁੱਟਾਂ ਵਿੱਚ ਵੰਡਿਆ ਗਿਆ ਸੀ। ਹੁਣ ਗੁੱਟ ਨਿਰਲੇਪ ਤੋਂ ਕੀ ਭਾਵ ਹੈ? ਦੋ ਗੁੱਟਾਂ ਦੇ ਵਿੱਚ ਜਿਹੜਾ ਵੰਡਿਆ ਗਿਆ। ਪਹਿਲੇ ਗੁੱਟ ਦਾ ਨੇਤਾ ਅਮਰੀਕਾ ਸੀ ਤੇ ਦੂਸਰੇ ਗੁੱਟ ਦਾ ਨੇਤਾ ਰੂਸ ਸੀ। ਭਾਰਤ ਕਿਸੇ ਵੀ ਗੁੱਟ ਵਿੱਚੋਂ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ, ਇਸ ਲਈ ਭਾਰਤ ਨੇ ਦੂਜੇ ਦੇਸ਼ਾਂ ਨਾਲ ਮਿਲ ਕੇ ਗੁੱਟ ਨਿਰਲੇਪ ਲਹਿਰ ਸ਼ੁਰੂ ਕੀਤੀ। ਗੁੱਟ ਨਿਰਲੇਪ ਦੇ ਪਿਤਾਮਾ ਸਨ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਿਸਰ ਸਨ। ਗੁੱਟ ਨਿਰਲੇਪ ਯਾਨੀ ਕਿ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਾ ਹੋਣਾ, ਗੁੱਟਾਂ ਤੋਂ ਨਿਰਲੇਪ। ਜਿੱਦਾਂ ਅਸੀਂ ਪੜ੍ਹ ਰਹੇ ਹਾਂ ਕਿ ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਿਹੜਾ ਸੰਸਾਰ ਦੋ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀਗਾ, ਅਮਰੀਕਾ ਤੇ ਰੂਸ ਉਸਦੇ ਦੋਨੋਂ ਪਾਸੇ ਸੀਗੇ, ਪਰ ਭਾਰਤ ਨੇ ਨਿਸ਼ਚੈ ਕੀਤਾ ਵੀ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ। ਗੁੱਟ ਨਿਰਲੇਪ ਆ ਜਿਹੜਾ 1961 ਈਸਵੀ ਵਿੱਚ ਸ਼ੁਰੂ ਹੋਇਆ। ਇਸ ਦੀ ਪਹਿਲੀ ਬੈਠਕ 1961 ਵਿੱਚ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਹਾਂ, ਬੈਲਗ੍ਰੇਡ ਵਿੱਚ ਹੋਈ। ਠੀਕ ਹੈ, ਤਾਂ ਗੁੱਟ ਨਿਰਲੇਪ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਾ ਹੋਣ ਤੋਂ ਹੈ ਵੀ ਦੋ ਗੁੱਟ ਬਣ ਗਏ ਸੀਗੇ ਵਿਸ਼ਵ ਯੁੱਧ ਤੋਂ ਬਾਅਦ। ਇੱਕ ਦਾ ਨੇਤਾ ਅਮਰੀਕਾ ਸੀ ਤੇ ਦੂਸਰਾ ਰੂਸ ਸੀਗਾ। ਤਾਂ ਬਹੁਤ ਸਾਰੇ ਦੇਸ਼ ਸੀ ਜਿਹੜੇ ਅਮਰੀਕਾ ਵੱਲ ਹੋ ਗਏ ਤੇ ਬਹੁਤ ਸਾਰੇ ਦੇਸ਼ ਸੀਗੇ ਜਿਹੜੇ ਰੂਸ ਵੱਲ ਹੋ ਗਏ, ਪਰ ਕੁਝ ਦੇਸ਼ ਇਸ ਤਰ੍ਹਾਂ ਦੇ ਸੀ ਜਿਵੇਂ ਕਿ ਸਾਡਾ ਭਾਰਤ ਸੀ, ਕਿਸੇ ਵੀ ਗੁੱਟ ਦਾ ਸਾਥ ਨਹੀਂ ਦੇਣਾ ਚਾਹੁੰਦੇ ਸਨ। ਠੀਕ ਹੈ ਜੀ। ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ? ਕਿਸੇ ਦੇਸ਼ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਦੇ ਨਾਲ ਸੰਬੰਧਾਂ ਲਈ ਅਪਣਾਈ ਗਈ ਨੀਤੀ ਨੂੰ ਵਿਦੇਸ਼ ਨੀਤੀ ਕਹਿੰਦੇ ਹਨ। ਇਸ ਦੀ ਵਿਦੇਸ਼ ਨੀਤੀ ਇਸ ਪ੍ਰਕਾਰ ਹੈ। ਠੀਕ ਹੈ, ਭਾਰਤ ਦੀ ਵਿਦੇਸ਼ ਨੀਤੀ ਇਸ ਪ੍ਰਕਾਰ ਹੈ। ਕਿਸੇ ਦੇਸ਼ ਨਾਲ ਅਸੀਂ ਸੰਬੰਧ ਰੱਖਦੇ ਹਾਂ, ਸਾਡੀ ਵਿਦੇਸ਼ ਨੀਤੀ ਹੈ। ਭਾਰਤ ਸੰਸਾਰ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਆਜ਼ਾਦੀ ਦਾ ਸਤਿਕਾਰ ਕਰਦਾ ਹੈ। ਠੀਕ ਹੈ, ਜਿਹੜੀ ਸਾਡੀ ਵਿਦੇਸ਼ ਨੀਤੀ ਉਹਦੇ ਵਿੱਚ ਕੀ ਹੈ? ਭਾਰਤ ਜਿਹੜਾ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ, ਕਿਸੇ ਵੀ ਦੇਸ਼ ਦੇ ਉੱਪਰ ਹੈ, ਕਿਸੇ ਵੀ ਦੇਸ਼ ਨੂੰ ਅਧੀਨ ਕਰਨ ਦੇ ਪੱਖ ਵਿੱਚ ਨਹੀਂ ਹੈ, ਕਿਸੇ ਵੀ ਦੇਸ਼ ਉੱਪਰ ਬਿਨਾਂ ਵਜ੍ਹਾ ਹਮਲਾ ਕਰਨ ਦੇ ਪੱਖ ਵਿੱਚ ਨਹੀਂ ਹੈ। ਭਾਰਤ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਧਰਮਾਂ, ਰਾਸ਼ਟਰਾਂ ਤੇ ਜਾਤੀਆਂ ਦੇ ਲੋਕ ਬਰਾਬਰ ਹਨ। ਜਿਵੇਂ ਕਿ ਸਾਡੇ ਸੰਵਿਧਾਨ ਵਿੱਚ ਸਾਰੇ ਰਾਸ਼ਟਰ, ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਜਾਂਦਾ, ਉਸੇ ਤਰ੍ਹਾਂ ਭਾਰਤ ਦੇਸ਼ ਹੈ ਉਹ ਵੀ ਸਾਰੇ ਰਾਸ਼ਟਰਾਂ ਨੂੰ, ਸਾਰੇ ਧਰਮਾਂ ਨੂੰ ਤੇ ਸਾਰੀਆਂ ਜਾਤੀਆਂ ਦਾ ਆਦਰ ਕਰਦਾ ਹੈ। ਭਾਰਤ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤਮਈ ਢੰਗਾਂ ਨਾਲ ਕਰਨ ਦੇ ਹੱਕ ਵਿੱਚ ਹੈ। ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹਿਆ ਕਿ ਗੁੱਟ ਨਿਰਲੇਪ ਦੀ ਨੀਤੀ ਅਪਣਾਈ ਹੋਈ ਹੈ
ਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਵੀ ਝਗੜੇ ਹੁੰਦੇ ਆ ਉਹਨਾਂ ਨੂੰ ਵੀ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੱਲ ਕਰਨ ਦੇ ਪੱਖ ਵਿੱਚ ਹੈ। ਸੰਪਰਦਾਇਕਤਾ ਤੇ ਨੋਟ ਲਿਖੋ। ਹੁਣ ਭਾਰਤ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਧਾਰਮਿਕ ਵਿਸ਼ਵਾਸ ਹਨ, ਪਰ ਕੁਝ ਲੋਕਾਂ ਵਿੱਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿੱਚ ਸਮੇਂ-ਸਮੇਂ ਤੇ ਫਿਰਕੂ ਦੰਗੇ ਫਸਾਦ ਹੁੰਦੇ ਹਨ। ਸਰਕਾਰ ਨੂੰ ਕੁਝ ਘੱਟ ਗਿਣਤੀ ਵਾਲੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸੰਪਰਦਾਇਕਤਾ ਕੀ ਹੈ? ਧਰਮ ਦੇ ਆਧਾਰ ਤੇ ਵੱਖ-ਵੱਖ ਗੁੱਟ ਬਣਾਉਣਾ, ਠੀਕ ਹੈ, ਉਸ ਨੂੰ ਅਸੀਂ ਬੋਲਾਂਗੇ ਸੰਪਰਦਾਇਕਤਾ, ਜਿਸ ਦੇ ਕਾਰਨ ਕੀ ਹੈ? ਫਜ਼ੂਲ ਦੇ ਦੰਗੇ ਫਸਾਦ ਹੁੰਦੇ ਆ, ਠੀਕ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਅਲੱਗ-ਅਲੱਗ ਧਾਰਮਿਕ ਵਿਸ਼ਵਾਸ ਆ, ਇਸ ਨੂੰ ਅਸੀਂ ਸੰਪਰਦਾਇਕਤਾ ਹੀ ਬੋਲਦੇ ਆ। ਪਰ ਕੁਝ ਲੋਕ ਇਸ ਸੰਪਰਦਾਇਕ ਜਿਹੜੀ ਧਾਰਮਿਕ ਸੰਕੀਰਣਤਾ ਯਾਨੀ ਕਿ ਧਾਰਮਿਕ ਤੌਰ ਤੇ ਹੀ ਦੇਸ਼ ਵਿੱਚ ਸਮੇਂ-ਸਮੇਂ ਤੇ ਫਿਰਕੂ ਦੰਗੇ ਫਸਾਦ ਹੁੰਦੇ ਆ। ਕਈ ਕਾਰਨ ਹੁੰਦੇ ਆ, ਕਈ ਸ਼ਰਾਰਤੀ ਅਨਸਰਾਂ ਦੇ ਕਾਰਨ ਹੀ, ਕਈ ਸ਼ਰਾਰਤੀ ਵਿਅਕਤੀਆਂ ਦੇ ਕਾਰਨ ਹੀ ਜਿਹੜੇ ਹੁੰਦੇ ਆ, ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਦੇਸ਼ ਦੇ ਵਿੱਚ ਸ਼ਾਂਤੀ ਨਾ ਬਣੀ ਰਹੇ। ਤਾਂ ਆਪਸ ਵਿੱਚ ਲੜਾਣਾ ਯਾਨੀ ਕਿ ਆਪਸ ਵਿੱਚ ਝਗੜੇ ਧਰਮ ਦੇ ਆਧਾਰ ਤੇ ਤੁਸੀਂ ਉਸ ਸੰਪਰਦਾਇਕਤਾ ਦਾ ਨਾਮ ਦੇ ਦਿੰਦੇ। ਸਰਕਾਰ ਨੂੰ ਕੁਝ ਘੱਟ ਗਿਣਤੀ ਵਾਲੇ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ। 11ਵਾਂ ਪ੍ਰਸ਼ਨ ਹੈ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ। ਤਾਂ ਭਾਰਤ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਸ਼ਮੀਰ ਦੇ ਭਾਰਤ ਨਾਲ ਮਿਲਣ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ। ਕਸ਼ਮੀਰ ਮਸਲੇ ਕਾਰਨ ਭਾਰਤ ਨੇ ਪਾਕਿਸਤਾਨ ਨਾਲ 3 ਪ੍ਰਮੁੱਖ ਅਤੇ ਕਈ ਛੋਟੇ-ਮੋਟੇ ਯੁੱਧ ਲੜੇ ਹਨ। ਇਹਨਾਂ ਵਿੱਚੋਂ 1999 ਈਸਵੀ ਵਿੱਚ ਕਾਰਗਲ ਦਾ ਯੁੱਧ ਵੀ ਸ਼ਾਮਲ ਹੈ। 1972 ਵਿੱਚ ਸ਼ਿਮਲੇ ਵਿੱਚ ਸਮਝੌਤਾ ਹੋਇਆ ਸੀ, ਜਿਸ ਦਾ ਉਦੇਸ਼ ਭਾਰਤ ਪਾਕ ਵਿਚਕਾਰ ਸਾਰੇ ਝਗੜਿਆਂ ਦਾ ਸ਼ਾਂਤੀਪੂਰਵਕ ਹੱਲ ਕਰਨਾ ਸੀ। ਹੁਣ ਤੋਂ ਥੋੜੇ ਸਾਲ ਪਹਿਲਾਂ ਹੀ ਦੋਹਾਂ ਦੇਸ਼ਾਂ ਵਿੱਚ ਬੱਸ ਅਤੇ ਰੇਲ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਸਰਵਿਸ ਦੁਆਰਾ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਹੋਏ ਹਨ। ਲਾਸਟ ਪ੍ਰਸ਼ਨ ਹੈ 12ਵਾਂ ਸਾਡਾ, ਆਜ਼ਾਦੀ ਪਿੱਛੋਂ ਭਾਰਤ ਦੇ ਆਰਥਿਕ ਤੇ ਉਦਯੋਗਿਕ ਵਿਕਾਸ ਦਾ ਵਰਣਨ ਕਰੋ। ਆਜ਼ਾਦੀ ਪਿੱਛੋਂ ਸਾਡੇ ਆਰਥਿਕ ਤੇ ਉਦਯੋਗਿਕ ਵਿਕਾਸ ਵਿੱਚ ਕੀ ਲਾਭ ਹੋਇਆ ਜਾਂ ਕਹਿ ਲਓ ਕੀ ਬਦਲਾਵ ਹੋਇਆ। ਤਾਂ ਖੇਤੀ ਦੀ ਗੱਲ ਕਰੀਏ ਤਾਂ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਸਾਡੀ ਖੇਤੀ ਯੋਗ ਭੂਮੀ ਦੇ 75% ਭਾਗ ਤੇ ਖੁਰਾਕ ਫਸਲਾਂ ਬੀਜੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਚਾਵਲ, ਕਣਕ, ਮੱਕੀ, ਸਰੋਂ, ਗੰਨਾ ਆਦਿ ਮਹੱਤਵਪੂਰਨ ਖੁਰਾਕ ਫਸਲਾਂ ਹਨ। ਸਰਕਾਰ ਕਿਸਾਨਾਂ ਨੂੰ ਖੇਤੀ ਕਰਨ ਦੇ ਨਵੇਂ ਢੰਗ, ਵਧੀਆ ਕਿਸਮ ਦੇ ਬੀਜ ਅਤੇ ਖਾਦਾਂ ਭੇਜਦੀ ਹੈ। ਗਰੀਬ ਕਿਸਾਨਾਂ ਨੂੰ ਬੈਂਕਾਂ ਦੁਆਰਾ ਕਰਜ਼ੇ ਦਿੱਤੇ ਜਾਂਦੇ ਹਨ। ਭਾਰਤ ਨੇ ਖੇਤੀਬਾੜੀ ਦਾ ਵਿਕਾਸ ਕਰਨ ਲਈ ਕਈ ਮੁੱਖ ਦਰਿਆਵਾਂ ਤੇ ਆਰ-ਪਾਰ ਬੰਨ੍ਹ ਬਣਾਏ ਹਨ। ਉਦਯੋਗ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਖੇਤਰ ਦਾ ਵਿਸਤਾਰ ਕਰਨਾ ਸ਼ੁਰੂ ਕੀਤਾ। ਇੰਜੀਨੀਅਰਿੰਗ ਦੇ ਉਪਕਰਨ, ਬਿਜਲੀ ਦਾ ਸਮਾਨ, ਕੰਪਿਊਟਰ ਨਾਲ ਸੰਬੰਧਿਤ ਸਮਾਨ, ਖੇਤੀ ਕਰਨ ਦੇ ਸੰਦ ਆਦਿ ਬਣਾਉਣ ਦੇ ਨਵੇਂ ਕਾਰਖਾਨੇ ਸ਼ੁਰੂ ਕੀਤੇ ਗਏ। ਭਾਰਤ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ ਵੱਡੀਆਂ ਫੈਕਟਰੀਆਂ ਸਥਾਪਿਤ ਕਰ ਲਈਆਂ ਹਨ। ਭਾਰਤ ਸਰਕਾਰ ਨੇ ਵਿਗਿਆਨ ਅਤੇ ਉਦਯੋਗਿਕ ਕਾਢਾਂ ਅਤੇ ਖੋਜਾਂ ਵਿੱਚ ਵਿਸ਼ੇਸ਼ ਰੁਚੀ ਲਈ ਹੈ। ਯਾਨੀ ਕਿ ਇਹ ਸਾਡਾ ਆਰਥਿਕ ਤੇ ਉਦਯੋਗਿਕ ਵਿਕਾਸ ਜੋ ਹੋਇਆ ਹੈਗਾ ਆਜ਼ਾਦੀ ਤੋਂ ਬਾਅਦ, ਉਸ ਦੀ ਗੱਲ ਕੀਤੀ ਗਈ ਹੈ। ਇਸ ਤਰ੍ਹਾਂ ਬੜੇ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਤੁਹਾਨੂੰ, ਜਿਸ ਤਰ੍ਹਾਂ ਮੈਂ ਦੱਸਿਆ ਕਿ ਤੁਹਾਡਾ ਲਾਸਟ ਲੈਸਨ ਹੈ, ਇਸ ਤੋਂ ਬਾਅਦ ਸਿਲੇਬਸ ਕੰਪਲੀਟ ਆ। ਹੁਣ ਅਸੀਂ ਅੱਗੇ ਤੁਹਾਡੀ ਦੁਹਰਾਈ ਕਰਾਂਗੇ ਬੜੇ ਹੀ ਸਿੰਪਲੀਫਿਕੇਸ਼ਨ ਤਰੀਕੇ ਨਾਲ, ਬੜੇ ਇੰਟਰਸਟਿੰਗ ਵੇ ਦੇ ਨਾਲ ਸਾਡੀ ਜਿਹੜੀ ਸਾਰੀ ਦੁਹਰਾਈ ਹੋਏਗੀ। ਡੇਟ ਸ਼ੀਟ ਲਗਭਗ ਆਈ ਥਿੰਕ ਮੇ ਵੀ ਆ ਚੁੱਕੀ ਹੈ ਤੁਹਾਡੀ ਪੰਜਾਬ ਬੋਰਡ ਸਿੱਖਿਆ ਬੋਰਡ ਦੀ। ਤਾਂ ਮੈਂ ਕੋਸ਼ਿਸ਼ ਕਰਾਂਗਾ ਕਿਸੇ ਦਿਨ ਉਹ ਵੀ ਤੁਹਾਡੀ ਜਿਹੜੀ ਡੇਟ ਸ਼ੀਟ ਹੈ ਤੁਹਾਨੂੰ ਇਸੇ ਤਰ੍ਹਾਂ ਹੀ ਭੇਜ ਦਿੱਤੀ ਜਾਵੇ। ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ। ਅੱਗੇ ਤੋਂ ਅੱਗੇ ਵੀ ਭੇਜੋ ਤਾਂ ਕਿ ਬਹੁਤ ਸਾਰੇ ਬੱਚਿਆਂ ਦਾ ਇਸ ਤੋਂ ਲਾਭ ਹੋ ਸਕੇ। ਧੰਨਵਾਦ।